Hello student, welcome back to my YouTube channel. So let's start NCERT questions from chapter number 11. So बच्चे ਅਸੀਂ class 10th ਦੇ chapter number 11 ਦੇ NCERT questions ਕਰਨ ਜਾ ਰਹੇ ਹਾਂ. So question number 1 ਤੋਂ ਲੈ ਕੇ question number 9 ਤੱਕ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ. So first question ਦੇਖੋ ਬੱਚੇ, what is the meant by power of accommodation of eyes? ਬੱਚੇ ਅਗਰ 1 marks ਦਾ question ਆਂਦਾ ਹੈ ਤੁਸੀਂ ਸਿਰਫ ਔਰ ਸਿਰਫ ਹਲਕੀ ਫੁਲਕੀ ਡੈਫੀਨੇਸ਼ਨ ਦੇ ਸਕਦੇ ਆ. The ability of lens of the eyes to adjust its focal length. अगर 1 marks का क्वेश्चन आंदा है तुसी सिर्फ फर्स्ट लाइन लिख के आ सकते हैं. लेट अस सपोज बच्चे 2 marks का क्वेश्चन आ जाता है तो एक लाइन दे विच नहीं सरेगा, थानू थोड़ा जिहा एक्सप्लेन करना पएगा. The ability of lens of the eye to adjust its focal length to clear focus rays come from distinct ਐਜ਼ ਵੈਲ ਐਜ਼ ਨੀਅਰ ऑब्जेक्ट ऑन द रेटिना. ठीक है, रेटिना के उपर बच्चे फोकल लेंथ ਨੂੰ ਐਡਜਸਟ ਕਰਨ ਦੇ ਵਿੱਚ ਜਿਹੜੀ ਅਬਿਲਿਟੀ ਯੂਜ਼ ਹੁੰਦੀ ਹੈ ਲੈਂਸ ਦੀ, ਉਹਨੂੰ ਅਸੀਂ ਕੀ ਬੋਲਦੇ ਹਾਂ? ਅਕਮੋਡੇਸ਼ਨ ਆਫ ਦ ਆਈਜ਼. ਠੀਕ ਹੈ, ਸੋ ਤੁਸੀਂ ਅਗਰ 2 ਮਾਰਕਸ ਦਾ ਕੁਐਸਚਨ ਆਂਦਾ ਹੈ ਤਾਂ ਥੋੜਾ ਜਿਹਾ ਬੱਚੇ ਤੁਹਾਨੂੰ ਐਕਸਪਲੇਨ ਕਰਨਾ ਪਏਗਾ. ਸੋ ਸੈਕੰਡ ਕੁਐਸਚਨ ਦੇਖੋ, ਅ ਪਰਸਨ ਵਿਦ ਅ ਮਾਇਓਪਿਕ ਆਈ ਕੈਨ ਨਾਟ ਸੀ ऑब्जेक्ट ਬਿਯੋਂਡ 1.2 ਡਿਸਟਿੰਕਟਲੀ. ਸੋ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਗਿਵਨ ਆ ਕਿ ਇੱਕ ਮਾਇਓਪਿਕ ਪਰਸਨ ਆ. ਠੀਕ ਹੈ, ਜੋ ਇੱਕ ਮਾਇਓਪਿਕ ਪਰਸਨ ਆ ਉਹ 1.2 ਮੀਟਰ ਤੋਂ ਬਿਯੋਂਡ ਨਹੀਂ ਦੇਖ ਸਕਦਾ. ਵਟ ਸ਼ੁੱਡ ਬੀ ਦ ਟਾਈਪ ਆਫ ਕਰੈਕਟਿਵ ਲੈਂਸ ਯੂਜ਼ ਟੂ ਰੀਸਟੋਰ ਪ੍ਰੋਪਰ ਵਿਜ਼ਨ? ਇਸ ਪ੍ਰੋਪਰ ਵਿਜ਼ਨ ਨੂੰ ਰੀਸਟੋਰ ਕਰਨ ਦੇ ਲਈ ਅਸੀਂ ਕਿਹੜਾ ਲੈਂਸ ਯੂਜ਼ ਕਰਾਂਗੇ? ਕਿਉਂਕਿ ਬੱਚੇ ਅਸੀਂ ਪੂਰਾ ਆਰਟੀਕਲ ਸਮਝ ਚੁੱਕੇ ਹਾਂ. ਅਸੀਂ ਆਰਟੀਕਲ ਦੇ ਵਿੱਚ ਇਹ ਵੀ ਸਮਝ ਚੁੱਕੇ ਹਾਂ ਕਿ ਇਸ ਤਰ੍ਹਾਂ ਦੀ ਆਈ ਹੁੰਦੀ ਆ, ਉਹਦੇ ਵਿੱਚ ਇੱਕ ਲੈਂਸ ਹੁੰਦਾ ਆ. ਸੋ ਜਿਹੜਾ ਤੁਹਾਡੀ ਹੁਣ ਪ੍ਰੋਪਰ ਕਹਿ ਲਓ ਵੀ ਨਹੀਂ ਬਣ ਪਾ ਰਹੀ ਰੈਟੀਨਾ ਦੇ ਉੱਪਰ ਰੇਜ਼ ਆਫ ਲਾਈਟ ਪ੍ਰੋਪਰਲੀ ਕਲੈਕਟ ਨਹੀਂ ਹੋ ਪਾ ਰਹੀਆਂ. ਠੀਕ ਹੈ, ਸੋ ਰੇਜ਼ ਆਫ ਲਾਈਟ ਬੱਚੇ ਰੈਟੀਨਾ ਤੋਂ ਪਹਿਲਾਂ ਬਣ ਜਾਂਦੀ ਆ. ਠੀਕ ਹੈ, ਸੋ ਹੁਣ ਅਸੀਂ ਕੋਈ ਇੱਦਾਂ ਦਾ ਲੈਂਸ ਯੂਜ਼ ਕਰਨਾ ਆ ਕਿ ਆਹ ਵਾਲੀਆਂ ਰੇਜ਼ ਆਫ ਲਾਈਟ ਜੋ ਪਹਿਲਾਂ ਹੀ ਇਕੱਠੀਆਂ ਹੋ ਗਈਆਂ ਉਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਖਿਲਾਰ ਕੇ ਰੈਟੀਨਾ ਦੇ ਉੱਪਰ ਲੈ ਕੇ ਜਾ ਸਕੀਏ. ਅਸੀਂ ਕੀ ਕਰਾਂਗੇ ਤੇ ਇੱਕ ਕਨਕੇਵ ਲੈਂਸ ਯੂਜ਼ ਕਰ ਲਾਂਗੇ. ਠੀਕ ਹੈ, ਸੋ ਆਹ ਕਨਕੇਵ ਲੈਂਸ ਕੀ ਕਰਦਾ ਆ? ਕਨਕੇਵ ਲੈਂਸ ਦੀ ਬੱਚੇ ਪ੍ਰੋਪਰਟੀ ਹੁੰਦੀ ਆ ਕਿ ਰੇਜ਼ ਆਫ ਲਾਈਟ ਨੂੰ ਡਾਈਵਰਜ ਮਤਲਬ ਖਿਲਾਰ ਦਿੰਦਾ. ਇਹਦਾ ਮਤਲਬ ਜਿੱਦਾਂ ਹੀ ਰੇਜ਼ ਆਫ ਲਾਈਟ ਥੋੜ੍ਹੀਆਂ ਬਾਹਰ ਨੂੰ ਜਾਣਗੀਆਂ ਤਾਂ ਰੈਟੀਨਾ ਦੇ ਬਿਲਕੁਲ ਉੱਪਰ ਜਾ ਕੇ ਜਿਹੜੀ ਆ ਤੁਹਾਡੀ ਇਮੇਜ ਪ੍ਰੋਡਿਊਸ ਹੋ ਜਾਏਗੀ. ਸੋ ਸਾਨੂੰ ਪਤਾ ਆ ਕਿ ਮਾਇਓਪਿਕ ਆਈਜ਼ ਦੇ ਲਈ ਆਲਵੇਜ਼ ਕਨਕੇਵ ਲੈਂਸ ਹੀ ਯੂਜ਼ ਕੀਤਾ ਜਾਂਦਾ. ਅਗਰ ਬੱਚੇ 1 ਮਾਰਕਸ ਦਾ ਕੁਐਸਚਨ ਜਾਂ ਸ਼ਾਰਟ ਕੁਐਸਚਨ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਡਾਇਰੈਕਟ ਆਨਸਰ ਲਿਖ ਕੇ ਆ ਸਕਦੇ ਆ. ਆਈ ਐਮ ਅ ਮਾਇਓਪਿਕ ਪਰਸਨ ਸ਼ੁੱਡ ਯੂਜ਼ਡ ਅ ਕਨਕੇਵ ਲੈਂਸ ਆਫ ਫੋਕਲ ਲੈਂਥ 1.2 ਮੀਟਰ, ਜੋ ਲਾਸਟ ਵਿੱਚ ਇੱਕ ਲਾਈਨ ਲਿਖੀ ਹੋਈ ਆ. ਮੰਨ ਲਓ ਬੱਚੇ ਇਹੀ ਕੁਐਸਚਨ ਤੁਹਾਨੂੰ 3 ਮਾਰਕਸ ਦੇ ਵਿੱਚ ਆ ਜਾਂਦਾ ਆ. 3 ਮਾਰਕਸ ਦੇ ਵਿੱਚ ਤੁਸੀਂ ਕੀ ਕਰੋਗੇ? ਇਹਨੂੰ ਪ੍ਰੋਪਰ ਐਕਸਪਲੇਨ ਕਰੋਗੇ ਵਿਦ ਦ ਹੈਲਪ ਆਫ ਮੈਥਮੈਟੀਕਲ ਪੋਰਸ਼ਨ. ਸੋ ਮੈਥਮੈਟੀਕਲ ਪੋਰਸ਼ਨ ਦੇ ਨਾਲ ਤੁਸੀਂ ਕਿਸ ਤਰੀਕੇ ਨਾਲ ਸੋਲਵ ਕਰੋਗੇ? ਸੋ ਫਾਰਮੂਲਾ ਹੁੰਦਾ 1/f ਇਜ਼ ਇਕੁਅਲਸ ਟੂ 1/v ਮਾਈਨਸ 1/u. ਕਲੀਅਰ ਹੋ ਗਿਆ? ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਸੋਲਵ ਕਰਾਂਗੇ. ਸੋ ਫੋਕਲ ਲੈਂਥ ਬੱਚੇ ਅਸੀਂ ਪਤਾ ਕਰਨੀ ਆ. ਫੋਕਲ ਲੈਂਥ 1/v ਉਹਨਾਂ ਨੇ ਕਿੰਨੀ ਗਿਵਨ ਆ? 1.2. ਬੱਚੇ ਹੁਣ ਧਿਆਨ ਨਾਲ ਦੇਖੋ, ਜਿਹੜਾ ਮਾਇਓਪਿਕ ਜਾਂ ਹਾਈਪਰਮੈਟ੍ਰੋਪੀਆ ਵਾਲੇ ਜਿੰਨੇ ਵੀ ਅਸੀਂ ਨੂਮੈਰੀਕਲਸ ਕਰਦੇ ਹਾਂ ਇੱਥੇ UV ਦੀ ਵੈਲਿਊ ਆਲਵੇਜ਼ ਨੈਗੇਟਿਵ ਹੁੰਦੀ ਆ, ਆਲਵੇਜ਼. ਸੋ ਇੱਥੇ ਅਸੀਂ ਲਗਾਤਾ ਨੈਗੇਟਿਵ. 1 ਡਿਵਾਈਡਡ ਬਾਈ ਮਾਈਨਸ ਇਨਫਿਨਿਟੀ, ਮਾਈਨਸ ਦੇ ਨਾਲ ਮਾਈਨਸ ਕੈਂਸਲ ਹੋ ਜਾਏਗਾ. 1/ਇਨਫਿਨਿਟੀ ਦੀ ਟਰਮ ਕਿਹਦੇ ਇਕੁਅਲ ਹੁੰਦੀ ਆ? 0 ਦੇ. ਸੋ ਆ ਪੂਰੀ ਦੀ ਪੂਰੀ ਟਰਮ ਜਿਹੜੀ ਆ ਖਤਮ ਹੋ ਜਾਏਗੀ. ਸੋ ਸਾਡੇ ਕੋਲ F ਦਾ ਆਨਸਰ ਆ ਜਾਊਗਾ -1.2 ਸੈਂਟੀਮੀਟਰ. ਠੀਕ ਹੈ, ਸੌਰੀ ਮੀਟਰ ਦੇ ਵਿੱਚ, ਕਿਉਂਕਿ ਉੱਪਰ ਮੀਟਰ ਦੇ ਵਿੱਚ ਆ ਤਾਂ ਨੀਚੇ ਵੀ ਮੀਟਰ ਦੇ ਵਿੱਚ ਹੀ ਆਏਗਾ. ਇਹਦਾ ਮਤਲਬ ਸਾਨੂੰ ਕਿੰਨੀ ਫੋਕਲ ਲੈਂਥ ਦੀ ਜ਼ਰੂਰਤ ਪਏਗੀ? 1.2 ਮੀਟਰ ਦੀ. ਕਲੀਅਰ ਹੋ ਗਿਆ ਬੱਚੇ? ਮਾਈਨਸ ਸਾਈਨ ਕੀ ਸ਼ੋ ਕਰਦਾ ਆ ਕਿ ਅਸੀਂ ਕਨਕੇਵ ਲੈਂਸ ਯੂਜ਼ ਕਰਾਂਗੇ. ਕਲੀਅਰ ਹੋ ਗਿਆ? ਅਗਰ 2 ਮਾਰਕਸ ਦਾ ਜਾਂ ਲੌਂਗ ਕੁਐਸਚਨ ਦੇ ਵਿੱਚ ਬੱਚੇ ਆਂਦਾ ਤਾਂ ਯੂ ਹੈਵ ਟੂ ਐਕਸਪਲੇਨ ਵਿਦ ਦ ਹੈਲਪ ਆਫ ਮੈਥਮੈਟੀਕਲ ਪੋਰਸ਼ਨ. ਡਨ. ਸੋ ਥਰਡ ਕੁਐਸਚਨ ਦੇਖੋ, what is the far point and a near point of human eye with normal vision? so far point and near point ਕੀ ਹੁੰਦਾ ਆ ਅਸੀਂ ਉਹਦੇ ਬਾਰੇ ਦੱਸਣਾ. ਸੋ ਅਸੀਂ ਇਹਨੂੰ ਮਿਨੀਮਮ ਡਿਸਟੈਂਸ ਐਂਡ ਮੈਕਸਿਮਮ ਡਿਸਟੈਂਸ ਦੇ ਨਾਲ ਐਕਸਪਲੇਨ ਕਰਨ ਲੱਗੇ ਹਾਂ. ਉਹ ਘੱਟੋ ਘੱਟ ਡਿਸਟੈਂਸ, ਮਿਨੀਮਮ ਡਿਸਟੈਂਸ ਐਟ ਵਿਚ ਦ ਆਬਜੈਕਟ ਕੈਨ ਸੀਨ ਕਲੀਅਰਲੀ ਵਿਦਾਊਟ ਸਟ੍ਰੇਨ. ਮਤਲਬ ਉਹ ਘੱਟੋ ਘੱਟ ਨਜ਼ਦੀਕ ਵਾਲੀ ਚੀਜ਼ ਜਿਹੜੀ ਅਸੀਂ ਸਟ੍ਰੇਨ ਮਤਲਬ ਸਟ੍ਰੈਸ ਪਾਉਣ ਤੋਂ ਬਿਨਾਂ ਹੀ ਈਜ਼ੀਲੀ ਕੋਈ ਚੀਜ਼ ਦੇਖ ਪਾਈਏ, ਉਹਨੂੰ ਅਸੀਂ ਕੀ ਬੋਲਦੇ ਹਾਂ? ਨੀਅਰ ਪੁਆਇੰਟ. ਸੋ ਸਾਡੀ ਹਿਊਮਨ ਬੀਇੰਗ ਦੀ ਜੋ ਅਡਲਟ ਦੀ ਨੀਅਰੈਸਟ ਪੁਆਇੰਟ ਹੁੰਦਾ ਆ
दैट इज़ 25 सेंटीमीटर। ठीक है, सो ਅਸੀਂ एग्जाम्पल देती। सिमिलरली फार पॉइंट लिखांगे बच्चे। फार पॉइंट की है मैक्सीमम डिस्टेंस, मतलब दूर वाली डिस्टेंस जिथे तक साडियां अखां मैक्सीमम देख सकदियां। सो मैक्सीमम तुहानूं पता है कि असीं तां चंद तारे भी देख लैंदे अखां दे नाल, ठीक है, सानूं दिख ही रहे आ। सो मैक्सीमम जिहड़ा फार पॉइंट होएगा दैट इज़ इनफिनिटी। डन। सो नैक्सट क्वेश्चन इज़ अ स्टूडेंट हैज़ डिफिकल्ट रीडिंग द ब्लैकबोर्ड वाइल सिटिंग इन द लास्ट रो। मान लो तुसी अखीर वाले बेंच ते बैठे आ और थानू ब्लैकबोर्ड देखने दे विच दिक्कत आ रही आ। ਇਹਦਾ मतलब तुसी नेड़े वाली चीज़ तो बहुत क्लीयरली देख रहे हैं बट दूर वाली चीज़ ਜਿਹੜੀ ਆ ਤੁਹਾਨੂੰ क्लीयरली दिखाई नहीं दे रही। उन्होंने पूछा कि इस तरह का बच्चा किस तरह के डिफैक्ट तो ਨਾਲ सफ़र कर रहा। सो दैट इज़ मायोपिया या फिर ਨੀਅਰ ਸਾਈਡਡਨੈਸ। ਇਹਨੂੰ ਨੀਅਰ ਸਾਈਡਡਨੈਸ ਵੀ ਬੋਲ ਦਿੰਦੇ, ਇਹਨੂੰ ਮਾਇਓਪੀਆ ਵੀ ਬੋਲ ਦਿੰਦੇ। ਸੋ ਇਹਨੂੰ ਕਰੈਕਟ ਕਿਸ ਤਰ੍ਹਾਂ ਕਰਾਂਗੇ। ਮਾਇਓਪੀਆ ਨੂੰ ਬੱਚੇ ਯਾਦ ਰੱਖੋ ਕਿ ਹਮੇਸ਼ਾ ਹੀ ਡਾਈਵਰਜਿੰਗ ਲੈਂਸ ਯੂਜ਼ ਕੀਤਾ ਜਾਂਦਾ। ਸੋ ਡਾਈਵਰਜਿੰਗ ਲੈਂਸ ਕਿਹੜਾ ਹੁੰਦਾ ਆ, ਕਨਕੇਵ ਲੈਂਸ। ਸੋ ਬਾਈ ਯੂਜ਼ਿੰਗ ਕਨਕੇਵ ਲੈਂਸ ਵੀ ਕੈਨ ਕਰੈਕਟ ਮਾਇਓਪੀਆ। ਓਕੇ ਬੱਚੇ, ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਲਿਖ ਸਕਦੇ ਆ। ਇਹ ਤਾਂ ਮੈਂ ਆਪਣੀ ਲੈਂਗੁਏਜ ਦੇ ਵਿੱਚ ਲਿਖ ਦਿੱਤੀ ਇਸ ਤਰ੍ਹਾਂ ਦੀ ਵਰਡਿੰਗ, ਜਿਸ वर्डिंग दे विच तुसी कंफर्टेबली फील करते हैं लिखना, उस वर्डिंग दे विच भी तुसी लिख सकते हैं। सो नैक्सट क्वेश्चन देखो, क्वेश्चन नंबर 5। अ परसन नीड अ लेंस ऑफ -5.5 डायोप्टर फॉर करेक्टिंग डिस्टिंक्ट विजन। सो ਉਹਨੂੰ -5.5 डायोप्टर ਦੇ ਲੈਂਸ ਦੀ ਜ਼ਰੂਰਤ ਆ ਆਪਣੀ ਅੱਖ ਵਿਚਕਾਰਲੇ ਡਿਫੈਕਟ ਨੂੰ ਦੂਰ ਕਰਨ ਦੇ ਲਈ। ਫॉर correcting his near vision he needs a lens of power plus 1.5। ਸੋ ਨੀਅਰ ਵਿਜ਼ਨ ਮਤਲਬ ਨੇੜੇ ਵਾਲੀ ਜਿਹੜਾ ਡਿਫੈਕਟ ਉਹਦੇ ਆਈਜ਼ ਵਿੱਚ ਉਹਨੂੰ ਕੰਪਲੀਟ ਕਰਨ ਦੇ ਲਈ, ਉਹਨੂੰ ਕਰੈਕਟ ਕਰਨ ਦੇ ਲਈ ਉਹਨੂੰ ਪਲੱਸ 1.5 ਡਾਇਓਪਟਰ ਦੀ ਜ਼ਰੂਰਤ ਆ। ਵਟ ਇਜ਼ ਦ ਫੋਕਲ ਲੈਂਥ ਆਫ ਦ ਲੈਂਸ ਰਿਕੁਆਇਰਡ ਫॉर ਕਰੈਕਟਿੰਗ ਡਿਸਟਿੰਕਟ ਵਿਜ਼ਨ ਐਂਡ ਨੀਅਰੈਸਟ ਵਿਜ਼ਨ। ਸੋ ਅਸੀਂ ਦੋਨੋਂ ਪੁਆਇੰਟ ਸੋਲਵ ਕਰਾਂਗੇ। ਪਹਿਲਾ ਪੁਆਇੰਟ ਕੀ ਆ ਕਿ ਉਹਨਾਂ ਨੇ ਪੁੱਛਿਆ ਆ ਡਿਸਟਿੰਕਟ ਵਿਜ਼ਨ ਦੇ ਲਈ ਉਹਨੂੰ ਕਿੰਨੇ ਲੈਂਸ ਦੀ ਜ਼ਰੂਰਤ ਆ, -5.5। ਇਹਦਾ ਮਤਲਬ फोकल लेंथ कि इक्वल होंगी 1/p दे। ठीक है, क्योंकि डायोप्टर दे विच दिता तो साडा मीटर्स दे विच आंसर आएगा। सो 5.5 जो 5.5 नूं बच्चे तुसीं सॉल्व करोगे, क्योंकि साडा माइनस चा तो इत्थे माइनस ही लिखो तो आ जाएगा -0.18 मीटर। ठीक है, सो मीटर दे विच छड्ड के आना चाहते हैं तो भी कोई दिक्कत नहीं, अदरवाइज तुसीं इहनूं सेंटीमीटर च भी कन्वर्ट कर दोगे तो मल्टीप्लाई कर देना 100 के नाल, वी गेट 18 सेंटीमीटर। ठीक है, सो इस तरीके नाल उन्होंने फस्ट सानू पता लग गया। फस्ट दी उन्होंने फोकल लेंथ पता करन नूं क्या सी, वट इज़ द फोकल लेंथ। सो फोकल लेंथ असी फस्ट दी पता कर ली, एफ किन्नी दी जरूरत होएगी, -18 सेंटीमीटर दी। सैकेंड देखो नीयर विजन। सो असी सैकेंड पॉइंट लिख लेना फॉर नीयर विजन, हैडिंग बना के अंडरलाइन कर सकते हैं तुसी। सो एफ की वैल्यू किन्नी आ 1/p। सो p किन्ना गिवन आ सानू +1.5। सो दिस इज़ 1.5 इज़ इक्वल टू, जो 1.5 नूं बच्चे 1 दे नाल डिवाइड करोगे वी गेट 0.67। ठीक है, सो ये आ गया थोड़ा मीटर्स दे विच आंसर। अगर सेंटीमीटर दे विच करोगे तो ओनली 67 आ जाएगा, 67 सेंटीमीटर। क्लीयर हो गया। सो फोकल लेंथ फाइंड आउट करने लिए क्या सी, असी फोकल लेंथ फाइंड आउट कर ली। नैक्सट क्वेश्चन देखो, अ फार पॉइंट ऑफ मायोपिक पर्सन इज़ 80 सेंटीमीटर। मायोपिक पर्सन की जो दूर की निगाह है वो कितनी है, 80 सेंटीमीटर इन फ्रंट ऑफ आई। वट इज़ द नेचर एंड अ पावर ऑफ लेंस रिक्वायर्ड टू करैक्ट द प्रॉब्लम। इस प्रॉब्लम को करैक्ट करने के लिए सानू की करना पएगा। पहली गल सानू वी कितना गिवन आ, -80 सेंटीमीटर। हाइपरमैट्रोपिया एंड मैट्रोपिया दे विच यू एंड वी आर ऑलवेज नैगेटिव, ऑलवेज। ठीक है, सो फोकल लेंथ उन्होंने पता करने क्या, 1/f इक्वल्स टू 1/v -1/u। सो 1/f बच्चे असी पता करना है, 1/v की जगह तो की आ जाएगा -1/80 माइनस इनफिनिटी। इनफिनिटी ना माइनस कैंसिल, 1/इनफिनिटी इक्वल्स टू 0। सो पिछे वाली टर्म तो सारी 0 होगी। इसका मतलब साडा एफ का आंसर कितना आ जाएगा, -80। ठीक है, -80 सेंटीमीटर दे विच आएगा। ये थोड़ी फोकल लेंथ आ गई एफ। क्लीयर हो गया। सो असी सिमिलरली पावर पता करनी है। पावर बच्चे क्योंकि आ सेंटीमीटर्स दे विच आ, चाहे तो तुसी इहनूं मीटर विच कन्वर्ट कर लो पहला। ठीक है, अगर तुसी नहीं मीटर च कन्वर्ट करना चाहते तो तुसी डायरैक्ट लिख सकते हैं 100 डिवाइडेड बाय एफ। सो कितना आ जाएगा, 100 डिवाइडेड बाय 80। 0 ना 0 कैंसिल, 5
एंड 4। सो साडा आंसर कितना आ जाएगा 1.25 डायोप्टर। सो इन्ने डायोप्टर की सानू जरूरत पेगी। क्लीयर हो गया। बिकॉज बच्चे माइनस विच आ रहा, क्योंकि इत्थे भी माइनस पावर भी माइनस। अगर माइनस च आ रहा तो दिस इज़ कनकेव लेंस। वैसे भी सानू पता है कि मायोपिक परसन नू कनकेव लेंस की जरूरत होंदी आ। सो दिस लेंस इज़ कनकेव लेंस। क्लीयर हो गया। सो नैक्सट 7th क्वेश्चन देखो, मेक अ डायग्राम टू शो हाइपरमेट्रोपिया इज़ करैक्टेड। पहली गल तो हाइपरमेट्रोपिया का बच्चा आप चंगी तरीके नाल पढ़ चुके हैं भी हाइपरमेट्रोपिया की किस तरीके नाल रे डायग्राम बनानी आ, वो तुहाडे दिमाग विच होनी चाहिए आ। जिद्दां ही ये क्वेश्चन आएगा सब तो पहला तुसीं डायग्राम ड्रॉ कर दो। ठीक है, डायग्राम इस तरीके की सी। सो की सी रेज ऑफ लाइट इस तरीके नाल आ रही, लेंस नाल टकरा के पहला ही जिहड़ी आ तुहाडे रेटिना तो पहला ही इमेज बन गई। सो इनू करैक्ट करने के लिए असीं की कीता, कनकेव लेंस यूज़ कर रहे हैं। इस तो बाद तुसीं डायरैक्ट आ वाली इमेज बना सकते हैं। कनकेव लेंस यूज़ किया तो उन्हें रेज ऑफ लाइट को डाइवर्ज करके रेटिना के बिल्कुल उपर जी थोड़ी इमेज प्रोड्यूस कर दी। क्लीयर हो गया। सो सब तो पहला तुसीं रे डायग्राम बनानी आ इस तरीके नाल। नैक्सट उन्होंने बोलिया द नियर पॉइंट ऑफ हाइपरमेट्रोपिया इज़ 1 मीटर। वट इज़ द पावर ऑफ द लेंस रिक्वायर्ड टू करैक्ट दिस डिफैक्ट। इस डिफैक्ट को करैक्ट करने के लिए असी की करांगे, अज्यूम दैट द नियर पॉइंट ऑफ द आई लेंस इज़ 25 सेंटीमीटर। सो उन्होंने कह दिता कि मान लो कि 25 सेंटीमीटर की आ थोड़ी नियरेस्ट पॉइंट आ। बच्चे मैथमैटिकली पोर्शन असी इनू सॉल्व करांगे। किस तरीके नाल सॉल्व करांगे, 1/f इज इक्वल्स टू 1/v माइनस 1/u। ठीक है। सो उन्होंने की बोलिया v थोड़ी कित्थे बनती आ, v थोड़ी किन्नी आ 25 सेंटीमीटर। सो असी लिख रहे हैं 1/25। ठीक है। सो नैक्सट की आ u की वैल्यू उन्होंने किन्नी दिती आ, u की वैल्यू 1 मीटर। मीटर आ इहदा मतलब इनू सेंटीमीटर्स दे विच कन्वर्ट करूँगे तो वी गेट 100 सेंटीमीटर। इहदा मतलब u किन्ना गिवन आ 100 सेंटीमीटर। सो इत्थे की आ माइनस माइनस पुट करांगे तो प्लस 100 आ जाएगा। क्लीयर हो गया। सो नैक्सट इनू बच्चे सॉल्व करो। v ऑलवेज u एंड v ऑलवेज नैगेटिव हुंदा आ। सो इत्थे भी नैगेटिव आएगा। ठीक है। सो एलसीएम लिता 100 आ जाएगा, तो ऊपर आ जाएगा बच्चे 4 माइनस से 4 प्लस 1। ठीक है। सो ध्यान ना देखो 4 चों 1 गए तो आ जाएगा 3 डिवाइडेड बाई 100। ये आ गया बच्चे 1/f। बट सानू कल f चाहिए, f के इक्वल होएगा 100 डिवाइडेड बाई 3। जो 100 नू 3 ना डिवाइड करूँगे वी गेट 3.333 सेंटीमीटर। ठीक है, ये थोड़ा सेंटीमीटर के विच आ गया। सो पावर किस तरीके नाल निकालांगे, 100 डिवाइडेड बाई f। सो f की वैल्यू कितनी सी 100 मल्टीप्लाई बाई 3, चाहे 3.33 कर दो। सो मैं डायरैक्ट आही वैल्यू पुट कर दी। ठीक है। सो p की वैल्यू कितनी आनी सी बच्चे, p की वैल्यू 1/f सी, क्योंकि सेंटीमीटर के विच की आ 100/f। 100 की जगह तो 100 लिखा रहता, f की जगह तो की पुट कर दिता 100/3। 100 मल्टीप्लाई बाय 3, 100 ना 100 कैंसल। सो p का आंसर कितना आ गया 3 डायोप्टर। ठीक है। सो ध्यान ना देख लेना बच्चे, मैं एक ही पेज के उपर सारा कुछ लिख दिता, जितों ना पता लगे तो पूछ लेना। इसका मतलब साडी p की वैल्यू कितनी आ गई 3 डायोप्टर। सो किस तरीके नाल लिखांगे, एंड इंडिविजुअल सफरिंग फ्रॉम हाइपरमेट्रोपिया कैन seen distinct object clearly and he or she will face difficult in clearing scene। बच्चे अगर तुसी आ थियरी नहीं लिखना चाहते तो ना लिखो। ठीक है, छोड़ दो, इनू छोड़ दो। तुसी सिंपल डायग्राम बना के आ वाला मैथमेटिकल पोर्शन लिख के आ सकते हैं। ठीक है। सो नैक्सट देखो क्वेश्चन नंबर 8, वाई इज़ अ नॉर्मल आई नॉट एबल टू सी क्लीयरली द ऑब्जेक्ट प्लेसड क्लोजर दैन 25 सेंटीमीटर। कहते हुण जी नॉर्मल आई आ वो 25 सेंटीमीटर तो घट क्यों नहीं देख पाती। हुण अपनी नोज़ के उपर अपनी फिंगर रखो और उन्होंने हौली हौली पिछे लैके जाओ। एक टाइम इदा आएगा कि तुहानूं फिंगर बिल्कुल क्लीयर दिखाई देगी, दैट पॉइंट इज़ फ्रॉम 25 सेंटीमीटर। ठीक है, वो पूरा डिस्टेंस कितना होएगा 25 सेंटीमीटर। हुण तो पहला देखो तुहानूं तुहाडी फिंगर जी ब्लर दिखाई दिंदी आ। ब्लर दिखाई क्यों दिंदी आ, उन्होंने रीजन पूछा है। सो ध्यान नाल रीजन देखो, अ नॉर्मल आई इज़ नॉट एबल टू सी द ऑब्जेक्ट क्लोजर दैन 25 सेंटीमीटर बिकॉज स्लेरी मसल ऑफ अ आई आर अनएबल टू कंट्रैक्ट बियॉन्ड अ सर्टेन लिमिट। सानू पता कि साडे इत्थे एक स्लेरी मसल्स हुंदे आ जो लेंस नू पकड़ के रखदे आ।
ਲੈਂਸ ਦੀ ਫੋਕਲ ਲੈਂਥ ਨੂੰ ਡਿਕਰੀਜ਼ ਕਰਨ ਦੇ ਵਿੱਚ ਹੈਲਪ ਕਰਦਾ ਆ, ਠੀਕ ਹੈ। ਸੋ ਜਿਹੜੀ ਸਲੇਰੀ ਮਸਲਸ ਆ 25 ਸੈਂਟੀਮੀਟਰ ਤੋਂ ਘੱਟ ਨੂੰ ਫੋਕਸ ਨਹੀਂ ਕਰ ਪਾਉਂਦਾ। ਜੀ ਉਹ ਫੋਕਸ ਹੀ ਨਹੀਂ ਕਲੀਅਰ ਕਰ ਪਾਏਗਾ, ਇਹਦਾ ਮਤਲਬ ਤੁਹਾਨੂੰ ਕਲੀਅਰ ਦਿਖਾਈ ਨਹੀਂ ਦੇ ਪਾਏਗਾ। ਕਲੀਅਰ ਹੋ ਗਿਆ? ਬਿਕੋਜ਼ ਸਲੇਰੀ ਮਸਲਸ ਜੋ ਹੁੰਦੇ ਆ ਆਰ ਨੋਟ ਏਬਲ ਟੂ ਕੰਟਰੈਕਟ ਬਿਯੋਂਡ ਅ ਸਰਟਨ ਲਿਮਿਟ। ਸੋ ਤੋਂ ਘੱਟ ਉਹਨੂੰ ਫੋਕਲ ਲੈਂਥ ਨਹੀਂ ਕਰ ਪਾਉਂਦੇ। ਅੱਜ ਦਾ ਲਾਸਟ ਕੁਐਸਚਨ ਦੇਖੋ, ਕੁਐਸਚਨ ਨੰਬਰ 9। What happened to the image distance in the eye when we increase the distance of the object from the eye? ਕਹਿੰਦੇ ਇਮੇਜ ਕਿਸ ਤਰੀਕੇ ਦੀ ਬਣੇਗੀ। ਮੰਨ ਲਓ ਜਿਹੜੀ ਤੁਹਾਡੀ ਫਿੰਗਰ ਆ ਉਹ 25 ਸੈਂਟੀਮੀਟਰ 'ਤੇ ਹੌਲੀ ਹੌਲੀ ਉਹਨੂੰ ਦੂਰ ਲੈ ਕੇ ਜਾਂਦੇ ਜਾਓ ਤਾਂ ਦੇਖੋ ਤੁਹਾਡੀ ਅੱਖ ਤੋਂ ਤੁਹਾਡੀ ਫਿੰਗਰ ਦੂਰ ਜਾ ਰਹੀ, ਮਤਲਬ ਆਬਜੈਕਟ ਦੂਰ ਜਾ ਰਿਹਾ ਆ। ਕਹਿੰਦੇ ਕਿ ਇਮੇਜ 'ਤੇ ਕੀ ਫ਼ਰਕ ਪਏਗਾ, ਤੁਹਾਡੀ ਅੱਖ ਦੇ ਅੰਦਰ ਜੋ ਇਮੇਜ ਬਣ ਰਹੀ ਉਹ 'ਤੇ ਕੀ ਫ਼ਰਕ ਪਏਗਾ। ਤੁਹਾਨੂੰ ਫਿੰਗਰ ਪਹਿਲਾਂ ਵੀ ਦਿਖ ਰਹੀ ਸੀ, ਹੁਣ ਵੀ ਦਿਖ ਰਹੀ, ਪਹਿਲਾਂ ਵੀ ਕਲੀਅਰ ਦਿਖ ਰਹੀ ਸੀ ਤਾਂ ਹੁਣ ਵੀ ਕਲੀਅਰ ਦਿਖ ਰਹੀ ਆ, ਠੀਕ ਹੈ। ਇਹਦਾ ਮਤਲਬ ਦੇਅਰ ਇਜ਼ ਨੋ ਚੇਂਜ ਇਨ ਦਾ ਇਮੇਜ ਡਿਸਟੈਂਸ ਇਨ ਦਾ ਆਈ ਵੈਨ ਵੀ ਇਨਕਰੀਜ਼ ਦ ਡਿਸਟੈਂਸ ਆਫ ਦਾ ਆਬਜੈਕਟ ਫਰੋਮ ਦਾ ਆਈ। ਕਹਿੰਦੇ ਜਿੱਦਾਂ ਹੀ ਅਸੀਂ ਆਬਜੈਕਟ ਮਤਲਬ ਤੁਸੀਂ ਫਿੰਗਰ, ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਫਿੰਗਰ ਦੀ, ਜਿੱਦਾਂ ਹੀ ਉਹ ਤੁਸੀਂ ਆਬਜੈਕਟ ਨੂੰ ਪਿੱਛੇ ਲੈ ਕੇ ਜਾਓਗੇ ਤਾਂ ਕੋਈ ਫਰਕ ਨਹੀਂ ਪੈਂਦਾ ਇਮੇਜ ਦੇ ਉੱਤੇ। ਦਾ ਆਈ ਲੈਂਸ ਕੈਨ ਇਨਕਰੀਜ਼ ਔਰ ਡਿਕਰੀਜ਼ ਦ ਫੋਕਲ ਲੈਂਥ ਆਫ ਦਾ ਆਈ ਲੈਂਸ ਡਿਊ ਟੂ ਦਾ ਪਾਵਰ ਆਫ ਅਕੋਮੋਡੇਸ਼ਨ। ਕਿਉਂਕਿ ਤੁਹਾਡੇ ਅੱਖ ਦੇ ਅੰਦਰ ਸਲੇਰੀ ਮਸਲਸ ਆ ਜੋ ਫੋਕਲ ਲੈਂਥ ਨੂੰ ਕੀ ਕਰ ਦਿੰਦੇ ਆ, ਇਨਕਰੀਜ਼ ਜਾਂ ਡਿਕਰੀਜ਼ ਕਰ ਦਿੰਦੇ ਆ, ਜਿਹਦੀ ਵਜ੍ਹਾ ਨਾਲ ਤੁਹਾਨੂੰ ਜਿਹੜੀ ਫਿੰਗਰ ਆ ਉਹ ਬਿਲਕੁਲ ਕਲੀਅਰ ਦਿਖਾਈ ਦੇਗੀ। ਸੋ ਦ ਇਮੇਜ ਡਿਸਟੈਂਸ ਇਜ਼ ਆਲਵੇਜ਼ ਫਿਕਸਡ। ਇਸ ਕਰਕੇ ਇਮੇਜ ਦੀ ਜੋ ਡਿਸਟੈਂਸ ਹੁੰਦੀ ਆ ਉਹ ਹਮੇਸ਼ਾ ਹੀ ਫਿਕਸਡ ਰਹਿੰਦੀ ਆ। ਹੈਂਸ ਵੀ ਇਨਕਰੀਜ਼ ਦ ਡਿਸਟੈਂਸ ਆਫ ਦਾ ਆਬਜੈਕਟ ਫਰੋਮ ਦਾ ਆਈ then the image distance will not change in the eye। ਸੋ ਤੁਹਾਡੀ ਇਮੇਜ ਜੋ ਤੁਹਾਡੀ ਰੈਟੀਨਾ ਦੇ ਉੱਪਰ ਬਣ ਰਹੀ ਆ ਉਹ ਚੇਂਜ ਨਹੀਂ ਹੋਏਗੀ। ਕਲੀਅਰ ਹੋ ਗਿਆ ਬੱਚੇ? ਅਗਰ ਤੁਹਾਨੂੰ ਕਿਸੇ ਹੋਰ ਲੈਂਗੁਏਜ ਦੇ ਵਿੱਚ ਲਿਖਣਾ ਚਾਹੁੰਦੇ ਆ ਕੁਐਸਚਨ ਨੂੰ ਤਾਂ ਡੈਫੀਨੇਟਲੀ ਤੁਸੀਂ ਲਿਖ ਸਕਦੇ ਆ। ਕਲੀਅਰ ਹੋ ਗਿਆ? ਸੋ ਇਹਨਾਂ ਕੁਐਸਚਨ ਦੇ ਵਿੱਚ ਕਿਸੇ ਵੀ ਕੁਐਸਚਨ ਦੇ ਵਿੱਚ ਤੁਹਾਨੂੰ ਪ੍ਰੋਬਲਮ ਹੋਵੇ ਜਾਂ ਕੁਝ ਨਾ ਸਮਝ ਲੱਗਿਆ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਥੈਂਕ ਯੂ ਸੋ ਮਚ।